ਸੁਲਤਾਨਪੁਰ ਦੇ ਨੇੜੇ ਇੱਕ ਮਲਸੀਆਂ ਪਿੰਡ ਵਿੱਚ ਕਾਲਕਾ ਦਾ ਪੁਜਾਰੀ ਇੱਕ ਆਦਮੀ ਭਗੀਰਥ ਰਹਿੰਦਾ ਸੀ। ਉਹ ਭਗੀਰਥ ਜਿਸ ਤਰ੍ਹਾਂ ਗੁਰੂ ਦਾ ਸਿੱਖ ਬਣਿਆ, ਉਹ ਵਾਰਤਾ ਭਾਈ ਬਾਲਾ ਜੀ ਇੱਦਾਂ ਸੁਣਾਉਂਦੇ ਹਨ। ਉਹ ਰਾਤ ਦਿਨ ਕਾਲਕਾ ਦੀ ਉਪਾਸਨਾ ਵਿੱਚ ਲੱਗਾ ਰਹਿੰਦਾ ਸੀ। ਇਸ ਦੇਵੀ ਨੂੰ ਉਹ ਸ਼ਿਵ, ਜਗਦੰਬਾ, ਅਸ਼ਟਭੁਜੀ, ਲਾਲ ਨੇਤਰਾਂ ਵਾਲੀ, ਮੁੰਡਾਂ ਦੀ ਮਾਲਾ ਵਾਲੀ, ਜਵਾਲਾ ਭਖਣੀ, ਸ਼ੇਰਾਂ ਦੀ ਸਵਾਰੀ ਵਾਲੀ, ਸੰਤਾਂ ਨੂੰ ਪਾਲਣ ਵਾਲੀ, ਦੈਂਤਾਂ ਦਾ ਨਾਸ਼ ਕਰਨ ਵਾਲੀ, ਚੰਡ ਮੁੰਡ, ਰਕਤ ਬੀਜ ਅਤੇ ਸੁੰਭ ਨਿਸੁੰਭ ਆਦਿ ਦੈਂਤਾਂ ਨੂੰ ਨਾਸ਼ ਕਰਨ ਵਾਲੀ ਸ਼ਕਤੀ ਆ ਕੇ ਉਸ ਦੇ ਦਰਸ਼ਨ ਕਰਨ ਵਾਸਤੇ ਰਾਤ ਦਿਨ ਉਸਤਤੀ ਵਿੱਚ ਲੱਗਾ ਰਹਿੰਦਾ। ਇੱਕ ਦਿਨ ਇਉਂ ਆਰਾਧਨਾ ਕਰਦੇ ਸਾਰਾ ਦਿਨ ਹੀ ਕਾਲਕਾ ਦੀ ਮੂਰਤੀ ਸਾਹਮਣੇ ਬੈਠੇ ਨੂੰ ਬੀਤ ਗਿਆ। ਜਦ ਇਸ ਧਿਆਨ ਵਿੱਚ ਬੈਠੇ ਨੂੰ ਅੱਧੀ ਰਾਤ ਹੋ ਗਈ ਤਾਂ ਊਂਘ ਵਿੱਚ ਉਸ ਨੂੰ ਸੁਪਨਾ ਆਇਆ। ਇਸ ਵਿੱਚ ਦੇਵੀ ਨੇ ਕਿਹਾ, ਭਗਤਾ ਮੈਂ ਤੈਨੂੰ ਇਹ ਵਰ ਦਿੰਦੀ ਹਾਂ, ਤੇਰਾ ਮਨੋਰਥ ਪੂਰਾ ਹੋ ਜਾਏਗਾ। ਤੂੰ ਸੁਲਤਾਨਪੁਰ ਗੁਰੂ ਨਾਨਕ ਜੀ ਦੀ ਚਰਨ ਵਿੱਚ ਸੇਵਾ ਵਿੱਚ ਲੱਗ ਜਾ। ਉਹ ਕਰਤਾਰ ਰੂਪ ਅਵਤਾਰ ਹਨ, ਕਲਯੁਗ ਜੀਵਾਂ ਦਾ ਉਦਾਰ ਕਰਨ ਆਏ ਹਨ। ਉਹਨਾਂ ਤੇ ਸ਼ਰਧਾ ਧਾਰ, ਤੇਰਾ ਜੀਵਨ ਸਫਲ ਹੋ ਜਾਏਗਾ। ਇਸ ਉਪਰੰਤ ਭਗੀਰਥ ਦੀ ਅੱਖ ਖੁੱਲ੍ਹ ਗਈ। ਸਾਰੀ ਰਾਤ ਉਹ ਇਸ ਸੁਪਨੇ ਨੂੰ ਸੋਚਦਾ ਰਿਹਾ। ਸਵੇਰ ਹੋਈ ਤਾਂ ਉਸ ਨੂੰ ਇਤਨਾ ਵਿਰਾਗ ਹੋ ਗਿਆ ਕਿ ਉਹ ਆਪਣੇ ਕੁਟੁੰਬ ਅਤੇ ਪਿੰਡ ਦੀ ਚੌਧਰ ਨੂੰ ਛੱਡ ਕੇ ਸੁਲਤਾਨਪੁਰ ਗੁਰੂ ਨਾਨਕ ਜੀ ਦੀ ਸੇਵਾ ਵਿੱਚ ਆਣ ਹਾਜ਼ਰ ਹੋਇਆ। ਭਗੀਰਥ ਨੇ ਗੁਰੂ ਜੀ ਦੇ ਚਰਨਾਂ ਤੇ ਅਜਿਹਾ ਸਿਰ ਰੱਖਿਆ ਕਿ ਮੁੜ ਚੁੱਕੇ ਹੀ ਨਾ। ਗੁਰੂ ਜੀ ਨੇ ਉਸ ਦਾ ਪ੍ਰੇਮ ਵੇਖ ਕੇ ਬਾਹੋਂ ਫੜ ਕੇ ਉਠਾਇਆ ਤੇ ਪੁੱਛਿਆ, ਤੂੰ ਕੌਣ ਹੈ ਅਤੇ ਕਿਸ ਮਨੋਰਥ ਵਾਸਤੇ ਆਇਆ ਹੈ? ਭਗੀਰਥ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਸਭ ਕੁਝ ਜਾਣਦੇ ਹੋ, ਪਰ ਫੇਰ ਵੀ ਮੈਂ ਆਪ ਜੀ ਦੇ ਪੁੱਛਣ ਕਰਕੇ ਦੱਸਦਾ ਹਾਂ ਕਿ ਮੈਂ ਮਲਸੀਆਂ ਪਿੰਡ ਦੇ ਰਹਿਣ ਵਾਲਾ ਹਾਂ, ਕਾਲੀ ਦੇਵੀ ਦਾ ਉਪਾਸਕ ਹਾਂ। ਉਸਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪ ਜੀ ਦੀ ਸ਼ਰਨ ਭੇਜਿਆ ਹੈ। ਮੈਂ ਆਪ ਜੀ ਨੂੰ ਬਾਰੰਬਾਰ ਨਮਸਕਾਰ ਕਰਦਾ ਹਾਂ। ਆਪ ਸ਼ਰਨ ਆਇਆਂ ਦੀ ਪਾਲਣਾ ਕਰਨ ਵਾਲੇ ਹੋ। ਉਸ ਦਾ ਪ੍ਰੇਮ ਤੇ ਸ਼ਰਧਾ ਵੇਖ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਉਸ ਨੂੰ ਆਪਣੀ ਸੇਵਾ ਵਿੱਚ ਲਾ ਲਿਆ। ਭਾਈ ਭਗੀਰਥ ਦਿਨ ਰਾਤ ਆਪ ਜੀ ਦੀ ਸੇਵਾ ਕਰਦੇ ਅਤੇ ਆਗਿਆ ਵਿੱਚ ਪ੍ਰਸੰਨ ਰਹਿੰਦਾ, ਮਨ ਵਿੱਚ ਬੜੀ ਸ਼ਰਧਾ ਰੱਖਦਾ। ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ। ਇੱਕ ਦਿਨ ਤਲਵੰਡੀ ਤੋਂ ਮਰਦਾਨਾ ਆ ਗਿਆ। ਉਸਨੇ ਗੁਰੂ ਜੀ ਨੂੰ ਆਖਿਆ, ਜਜਮਾਨ ਤੁਸਾਂ ਕਿਹਾ ਸੀ ਕਿ ਮੈਂ ਹੋਰ ਕਿਸੇ ਪਾਸੋਂ ਨਾ ਮੰਗਿਆ ਕਰਾਂ, ਸੋ ਮੈਂ ਕਿਸੇ ਪਾਸੋਂ ਕਦੇ ਕੁਝ ਨਹੀਂ ਮੰਗਿਆ। ਹੋਰ ਤਾਂ ਮੇਰੀ ਗੁਜ਼ਾਰਨ ਚੰਗੀ ਚੱਲ ਰਹੀ ਹੈ। ਹੁਣ ਮੇਰੀ ਲੜਕੀ ਦੀ ਸ਼ਾਦੀ ਹੈ ਜਿਸ ਤੇ ਬਹੁਤ ਖਰਚ ਹੋਵੇਗਾ, ਪਰ ਮੇਰੇ ਪਾਸ ਇਤਨਾ ਖਰਚ ਕਰਨ ਦੀ ਸਮਰੱਥਾ ਨਹੀਂ ਹੈ। ਇਸ ਵਾਸਤੇ ਮੈਂ ਆਪ ਜੀ ਦੇ ਪਾਸ ਆਇਆ ਹਾਂ। ਮਰਦਾਨੇ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਭਗੀਰਥ ਨੂੰ ਆਖਿਆ ਕਿ ਮਰਦਾਨੇ ਪਾਸੋਂ ਵਿਆਹ ਦੀ ਸਮੱਗਰੀ ਲੈ ਕੇ ਲਾਹੌਰ ਚਲੇ ਜਾਓ ਅਤੇ ਉੱਥੋਂ ਖਰੀਦ ਕੇ ਲੈ ਆਓ। ਉੱਥੇ ਕੇਵਲ ਇੱਕ ਰਾਤ ਹੀ ਰਹਿਣਾ, ਸਮੱਗਰੀ ਲੈ ਕੇ ਛੇਤੀ ਵਾਪਸ ਆਉਣਾ। ਮਰਦਾਨੇ ਪਾਸੋਂ ਸਾਰੀ ਵਸਤ ਪੁੱਛ ਕੇ ਭਾਈ ਭਗੀਰਥ ਲੋੜ ਅਨੁਸਾਰ ਧਨ ਲੈ ਕੇ ਲਾਹੌਰ ਪਹੁੰਚ ਗਿਆ। ਲਾਹੌਰ ਪਹੁੰਚ ਕੇ ਭਗੀਰਥ ਇੱਕ ਦੁਕਾਨਦਾਰ ਮਨਸੁਖ ਨੂੰ ਮਿਲਿਆ ਅਤੇ ਸਾਰੀ ਗੱਲ ਉਸ ਨੂੰ ਦੱਸੀ। ਗੱਲ ਦੱਸ ਕੇ ਸਮੱਗਰੀ ਵਾਲਾ ਕਾਗਜ਼ ਉਸ ਨੂੰ ਦੇ ਕੇ ਆਖਿਆ ਕਿ ਇਹ ਸਾਰੀ ਸਮੱਗਰੀ ਮੈਨੂੰ ਛੇਤੀ ਲੈ ਦਿਓ, ਇੱਥੇ ਮੈਂ ਇੱਕ ਰਾਤ ਤੋਂ ਵੱਧ ਨਹੀਂ ਰਹਿ ਸਕਦਾ। ਮਨਸੁਖ ਨੇ ਬੜੇ ਸਤਿਕਾਰ ਨਾਲ ਕਿਹਾ, ਰਾਤ ਵਿਸ਼ਰਾਮ ਕਰੋ, ਦਿਨ ਚੜ੍ਹੇ ਸਾਰੀ ਵਸਤ ਲਿਆ ਦਿਆਂਗਾ। ਮਨਸੁਖ ਨੇ ਸਾਰਾ ਕਾਗਜ਼ ਪੜ੍ਹ ਕੇ ਆਖਿਆ ਕਿ ਹੋਰ ਸਾਰੀ ਵਸਤ ਤਾਂ ਤਿਆਰ ਹੋ ਜਾਏਗੀ, ਪਰ ਲਾਲ ਚੂੜਾ ਤਿਆਰ ਨਹੀਂ ਹੋ ਸਕੇਗਾ। ਜੇ ਤੂੰ ਦੂਸਰੀ ਰਾਤ ਵਿਸ਼ਰਾਮ ਕਰੇਗਾ ਤਾਂ ਸੁੰਦਰ ਚੂੜਾ ਵੀ ਤਿਆਰ ਕਰਵਾ ਦਿਆਂਗਾ। ਭਗੀਰਥ ਨੇ ਕਿਹਾ, ਸ਼ਾਹ ਜੀ ਤੁਸੀਂ ਠੀਕ ਕਹਿੰਦੇ ਹੋ, ਪਰ ਇੱਥੇ ਇੱਕ ਗੱਲ ਹੋਰ ਹੈ। ਜੇ ਮੈਂ ਦੂਸਰੀ ਰਾਤ ਇਸ ਸ਼ਹਿਰ ਵਿੱਚ ਠਹਿਰ ਜਾਵਾਂਗਾ ਤਾਂ ਮੇਰਾ ਸਾਰਾ ਜਨਮ ਹੀ ਨਹੀਂ ਸਫਲ ਚਲਿਆ ਜਾਏਗਾ। ਮਨਸੁਖ ਨੇ ਹੈਰਾਨ ਹੋ ਕੇ ਪੁੱਛਿਆ, ਇਸ ਦਾ ਕਾਰਨ ਕੀ ਹੈ? ਮੇਰੇ ਮਨ ਦਾ ਸੰਸਾ ਨਿਵਰਤ ਕਰੋ। ਭਗੀਰਥ ਨੇ ਦੱਸਿਆ ਕਿ ਮੇਰੇ ਗੁਰੂ ਦਾ ਇਹੀ ਹੁਕਮ ਹੈ, ਜੇ ਮੈਂ ਇਸ ਹੁਕਮ ਦੀ ਪਾਲਣਾ ਨਾ ਕਰਾਂਗਾ ਤਾਂ ਮੇਰਾ ਜਨਮ ਬਿਰਥਾ ਚਲਾ ਜਾਏਗਾ। ਉਹਨਾਂ ਦਾ ਬਚਨ ਕਦੇ ਖਾਲੀ ਨਹੀਂ ਜਾਂਦਾ। ਮਨਸੁਖ ਨੇ ਕਿਹਾ, ਇਸ ਕਲਯੁਗ ਵਿੱਚ ਐਸਾ ਕਿਹੜਾ ਪੁਰਸ਼ ਹੈ ਜਿਨ੍ਹਾਂ ਦਾ ਹੁਕਮ ਨਾ ਮੰਨਣ ਵਾਲਾ ਪੁਰਸ਼ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ? ਭਗੀਰਥ ਨੇ ਕਿਹਾ, ਸ਼ਾਹ ਜੀ ਇਸ ਉੱਤੇ ਕੋਈ ਸ਼ੰਕਾ ਨਾ ਕਰੋ, ਕਿਉਂਕਿ ਜਿਨ੍ਹਾਂ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ ਉਹ ਇਸ ਕਲਯੁਗ ਵਿੱਚ ਸੰਸਾਰ ਦਾ ਉਦਾਰ ਕਰਨ ਵਾਸਤੇ ਪਰਮੇਸ਼ਰ ਆਪ ਹੀ ਅਵਤਾਰ ਧਰ ਕੇ ਆਇਆ ਹੈ। ਉਹ ਘਟ ਘਟ ਦੇ ਜਾਣਨਹਾਰ ਹਨ ਅਤੇ 14 ਲੋਕਾਂ ਦੇ ਪ੍ਰੇਰਕ ਹਨ। ਸਭ ਕਾਰ ਵਿਹਾਰ ਸੰਸਾਰੀ ਮਰਿਆਦਾ ਕਰਦੇ ਹਨ, ਪਰ ਹਿਰਦੇ ਵਿੱਚ ਪੂਰਨ ਗਿਆਨ ਹੈ।
ਇਹ ਗੱਲ ਸੁਣ ਕੇ ਮਨਸੁਖ ਨੇ, ਜਿਸ ਦੇ ਮਨ ਵਿੱਚ ਸੰਤਾਂ ਨੂੰ ਮਿਲਣ ਦੀ ਸਦਾ ਹੀ ਅਭਿਲਾਖਾ ਰਹਿੰਦੀ ਸੀ, ਆਖਿਆ ਕਿ ਤੇਰਾ ਗੁਰੂ ਮੈਨੂੰ ਵੀ ਕੋਈ ਆਪਣੀ ਸ਼ਕਤੀ ਵਿਖਾ ਦੇਵੇ, ਮੈਂ ਵੀ ਉਸ ਦਾ ਪ੍ਰੇਮੀ ਸਿੱਖ ਹੋ ਜਾਵਾਂਗਾ। ਕਿਉਂਕਿ ਪਖੰਡੀ ਸਾਧੂ ਤਾਂ ਮੈਨੂੰ ਬਹੁਤ ਮਿਲੇ ਹਨ, ਪਰ ਕਿਸੇ ਪਾਸੋਂ ਵੀ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲੀ। ਇਸ ਕਰਕੇ ਮੈਨੂੰ ਇਹਨਾਂ ਸੰਤਾਂ 'ਤੇ ਭਰੋਸਾ ਨਹੀਂ ਰਿਹਾ। ਭਗੀਰਥ ਨੇ ਕਿਹਾ, ਸ਼ਾਹ ਜੀ, ਪਹਿਲਾਂ ਆਪਣੇ ਮਨ ਵਿੱਚੋਂ ਹੁਜਤਾਂ ਨੂੰ ਦੂਰ ਕਰਕੇ ਫਿਰ ਸ਼ਰਧਾ ਧਾਰ ਕੇ ਦਰਸ਼ਨ ਕਰੋ। ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਗੁਰੂ ਜੀ ਸ਼ਕਤੀਵਾਨ ਹਨ ਕਿ ਨਹੀਂ। ਜਿਵੇਂ ਕੋਈ ਸਮੁੰਦਰ ਤੋਂ ਪਾਣੀ ਦੀ ਇੱਕ ਬੂੰਦ ਮੰਗੇ ਤਾਂ ਉੱਥੇ ਕੋਈ ਘਾਟਾ ਨਹੀਂ ਹੁੰਦਾ, ਜਿਤਨੀਆਂ ਦਿਲ ਕਰੇ ਬੂੰਦਾਂ ਲੈ ਲਵੇ। ਤਿਵੇਂ ਹੀ ਸਤਿਗੁਰ ਪਾਸ ਜਿਹੜਾ ਸ਼ਰਧਾ ਧਾਰ ਕੇ ਜਾਂਦਾ ਹੈ, ਉਹ ਜੋ ਕੁਝ ਮੰਗੇ ਉਸ ਨੂੰ ਮਿਲ ਜਾਂਦਾ ਹੈ। ਮਨਸੁਖ ਨੇ ਭਗੀਰਥ ਪਾਸੋਂ ਇਹ ਬਚਨ ਸੁਣ ਕੇ ਆਖਿਆ ਕਿ ਮੇਰੇ ਘਰ ਇੱਕ ਸੁੰਦਰ ਚੂੜਾ ਤਿਆਰ ਹੈ, ਉਹ ਮੈਂ ਨਾਲ ਚੱਲ ਕੇ ਗੁਰੂ ਜੀ ਦੀ ਭੇਟਾ ਕਰ ਦਿਆਂਗਾ, ਪਰ ਤੇਰੇ ਨਾਲ ਹੀ ਚੱਲਦਾ ਹਾਂ। ਗੁਰੂ ਜੀ ਮੈਨੂੰ ਮੇਰਾ ਨਾਮ ਲੈ ਕੇ ਬੁਲਾ ਲੈਣਗੇ ਤਾਂ ਮੰਨ ਲਵਾਂਗਾ ਕਿ ਇਹ ਸ਼ਕਤੀਵਾਨ ਹਨ। ਇਸ ਤਰ੍ਹਾਂ ਦੇ ਬਚਨ ਬਿਲਾਸ ਕਰਕੇ ਲਾਹੌਰ ਤੋਂ ਸਮੱਗਰੀ ਲੈ ਕੇ ਭਾਈ ਭਗੀਰਥ ਤੇ ਮਨਸੁਖ ਤਲਵੰਡੀ ਨੂੰ ਚੱਲ ਪਏ। ਜਦ ਤਲਵੰਡੀ ਗੁਰੂ ਜੀ ਪਾਸ ਪਹੁੰਚੇ ਤਾਂ ਗੁਰੂ ਜੀ ਨੇ ਵੇਖਦੇ ਸਾਰ ਹੀ ਆਖਿਆ, ਆਓ ਪਰਉਪਕਾਰੀ ਭਾਈ ਭਗੀਰਥ, ਮਨਸੁਖ ਨੂੰ ਵੀ ਨਾਲ ਲੈ ਆਇਆ ਹੈ। ਸਤਿਗੁਰ ਜੀ ਦੇ ਇਹ ਬਚਨ ਸੁਣ ਕੇ ਮਨਸੁਖ ਤਤਕਾਲ ਹੀ ਆਪ ਜੀ ਦੇ ਚਰਨਾਂ ਤੇ ਢਹਿ ਪਿਆ, ਮਾਨੋ ਉਸ ਅੱਤ ਤਿਹਾਏ ਨੂੰ ਪਾਣੀ ਮਿਲ ਗਿਆ ਹੋਵੇ। ਵਿਆਹ ਦੀ ਸਮੱਗਰੀ ਸਤਿਗੁਰ ਜੀ ਦੇ ਅੱਗੇ ਰੱਖ ਕੇ ਭਗੀਰਥ ਨੇ ਆਖਿਆ, ਸੱਚੇ ਪਾਤਸ਼ਾਹ, ਆਪ ਸਭ ਕੁਝ ਜਾਣਦੇ ਹੋ, ਇਹ ਆਪ ਜੀ ਦਾ ਸਿੱਖ ਬਣਨ ਵਾਸਤੇ ਆਇਆ ਹੈ। ਗੁਰੂ ਜੀ ਨੇ ਮਰਦਾਨੇ ਨੂੰ ਵਿਆਹ ਦੀ ਸਾਰੀ ਸਮੱਗਰੀ ਅਤੇ ਕੁਝ ਨਕਦ ਧਨ ਦੇ ਦਿੱਤਾ। ਇਸ ਨੂੰ ਲੈ ਕੇ ਮਰਦਾਨਾ ਖੁਸ਼ ਹੋ ਕੇ ਤਲਵੰਡੀ ਆ ਗਿਆ। ਤਲਵੰਡੀ ਵਿੱਚ ਮਰਦਾਨੇ ਨੇ ਗੁਰੂ ਜੀ ਦੀ ਬਹੁਤ ਉਪਮਾ ਕੀਤੀ ਕਿ ਇਹਨਾਂ ਵਰਗਾ ਹੋਰ ਕੋਈ ਸਖੀ ਨਹੀਂ ਹੈ। ਮਨਸੁਖ ਨੇ ਬੜੇ ਪ੍ਰੇਮ ਤੇ ਸ਼ਰਧਾ ਨਾਲ 2 ਦਿਨ ਸੁਲਤਾਨਪੁਰ ਬਤੀਤ ਕਰਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਹੇ ਦੀਨਾਨਾਥ, ਇਹ ਸੰਸਾਰ ਅੰਨਾ ਖਾਤਾ ਹੈ, ਜਿਹੜਾ ਇਸ ਵਿੱਚ ਡਿੱਗ ਪਵੇ ਉਹ ਮੁੜ ਆਪਣੇ ਆਪ ਨਿਕਲ ਨਹੀਂ ਸਕਦਾ। ਮੇਰੇ ਤੇ ਕਿਰਪਾ ਕਰਕੇ ਇਸ ਵਿੱਚ ਡੁੱਬਣ ਤੋਂ ਬਚਾ ਲਵੋ। ਮੈਂ ਆਪ ਜੀ ਦੀ ਸ਼ਰਨ ਆਇਆ ਹਾਂ, ਮੈਨੂੰ ਆਪਣੇ ਸਿੱਖ ਜਾਣ ਕੇ ਉਪਦੇਸ਼ ਦਿਓ, ਜਿਸ ਨਾਲ ਮੇਰਾ ਨਿਸਤਾਰਾ ਹੋ ਜਾਵੇ। ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਜਿਸ ਮਨ ਵਿੱਚ ਇਸ ਪ੍ਰਕਾਰ ਦੀ ਹਉਮੈ ਧਾਰੀ ਹੋਈ ਹੈ ਕਿ ਇਹ ਮੇਰਾ ਘਰ ਹੈ, ਮੇਰਾ ਧਨ ਹੈ, ਇਹ ਮੇਰਾ ਪੁੱਤਰ ਹੈ, ਇਹ ਮੇਰੀ ਇਸਤਰੀ ਹੈ, ਇਹ ਮੇਰਾ ਪਰਿਵਾਰ ਹੈ, ਇਹ ਮੇਰਾ ਦੇਸ਼, ਘੋੜੇ ਤੇ ਹਾਥੀ ਹਨ, ਇਹ ਮੇਰਾ ਪਿੰਡ ਤੇ ਸੈਨਾ ਹੈ, ਇਹ ਮੇਰੀ ਦੇਹੀ ਤੇ ਹੋਰ ਪਦਾਰਥ ਹਨ, ਜਿਵੇਂ ਜੀਵ ਨੇ ਇਸ ਪ੍ਰਕਾਰ ਦੀ ਵਿਅਰਥ ਹੀ ਮਮਤਾ ਧਾਰੀ ਹੋਈ ਹੈ, ਉੱਥੇ ਇਹ ਸਦਾ ਹੀ ਜਨਮ ਮਰਨ ਦੇ ਦੁੱਖ ਭੋਗਦਾ ਰਹੇਗਾ। ਇਸ ਵਾਸਤੇ ਇਹ ਝੂਠੀ ਮੋਹ ਮਾਇਆ ਨੂੰ ਤਿਆਗ ਕੇ ਪ੍ਰੇਮ ਨਾਲ ਸਤਨਾਮ ਦਾ ਜਾਪ ਕਰੋ ਅਤੇ ਪਰਮੇਸ਼ਰ ਦਾ ਭਾਣਾ ਮਿੱਠਾ ਕਰਕੇ ਮੰਨੋ। ਇਹ ਸਭ ਤੋਂ ਪਵਿੱਤਰ ਮਾਰਗ ਹੈ। ਇਹਨਾਂ ਗੱਲਾਂ ਤੇ ਦ੍ਰਿੜਤਾ ਨਾਲ ਅਮਲ ਕਰੋ, ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਏਗੀ ਅਤੇ ਮੁਕਤੀ ਵੀ ਪ੍ਰਾਪਤ ਕਰਨ ਵਿੱਚ ਕੋਈ ਸੰਸਾ ਨਹੀਂ ਰਹੇਗਾ। ਸਤਿਗੁਰ ਜੀ ਦੇ ਇਹਨਾਂ ਬਚਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਮਨਸੁਖ ਕੁਝ ਦਿਨ ਸੁਲਤਾਨਪੁਰ ਨਿਵਾਸ ਕਰਕੇ ਗੁਰੂ ਜੀ ਦੇ ਦੱਸੇ ਹੋਏ ਸ਼ਬਦ ਲਿਖ ਕੇ ਲਾਹੌਰ ਆ ਗਿਆ ਅਤੇ ਉਹਨਾਂ ਦਾ ਪਾਠ ਪ੍ਰੇਮ ਨਾਲ ਕਰਕੇ ਆਪਣਾ ਕਾਰ ਵਿਹਾਰ ਸੱਚਾਈ ਨਾਲ ਕਰਦਾ ਹੋਇਆ ਮੁਕਤ ਪਦ ਨੂੰ ਪ੍ਰਾਪਤ ਹੋਇਆ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।